गुड इवनिंग प्यारे बच्चों। ठीक हो सारे? मन लग गया घर? दिल करता हूँ स्कूल आने ਨੂੰ? चलो ਆਪਾਂ बेटे पहला पाठ कंप्लीट करना सीगा ਤੇ ਹੁਣ ਆਪਾਂ ਪੜਨਾ ਹੈ दूसरा पाठ ਤੱਤਾਂ ਦਾ ਆਵਰਤੀ ਵਰਗੀਕਰਨ। ਤੱਤ ਕੀ ਹੁੰਦੇ? ਜੇ ਤੁਹਾਨੂੰ ਯਾਦ ਹੋਏ ਲਾਸਟ ਈਅਰ ਆਪਾਂ ਹਾਈਡਰੋਜਨ ਹੀਲੀਅਮ ਲਿਥੀਅਮ ਐਲੀਮੈਂਟਸ ਯਾਦ ਕੀਤੇ ਸੀਗੇ ਪਹਿਲੇ ਵੀ। ਉਹ ਐਲੀਮੈਂਟਾਂ ਨੂੰ ਆਪਾਂ ਕੀ ਕਹਿੰਦੇ ਆ ਪੰਜਾਬੀ 'ਚ? ਤੱਤ। ਠੀਕ ਹੈ, ਉਹਨਾਂ ਨੂੰ ਤੱਤ ਕਿਉਂ ਕਿਹਾ ਜਾਂਦਾ? ਕਿਉਂਕਿ ਉਹ ਇੱਕੋ ਤਰ੍ਹਾਂ ਦੇ ਪਰਮਾਣੂਆਂ ਨਾਲ ਮਿਲ ਕੇ ਬਣੇ ਹੁੰਦੇ ਆ। ਤੱਤ ਤੇ ਯੌਗਿਕ ਤੁਸੀਂ ਲਾਸਟ ਕਲਾਸ 'ਚ ਪੜ੍ਹ ਚੁੱਕੇ ਹੋ, ਇੱਕੋ ਤਰ੍ਹਾਂ ਦੇ ਪਰਮਾਣੂ ਨਾਲ ਮਿਲ ਕੇ ਬਣੇ ਹੁੰਦੇ, ਇਸ ਲਈ ਉਹਨਾਂ ਨੂੰ ਤੱਤ ਕਿਹਾ ਜਾਂਦਾ। ਤੇ ਜਿਸ 'ਚ ਇੱਕ ਜਾਂ ਇੱਕ ਤੋਂ ਦੋ ਜਾਂ ਦੋ ਤੋਂ ਵੱਧ ਮਿਲ ਜਾਂਦੇ ਕਿਸੇ ਨਿਸ਼ਚਿਤ ਅਨੁਪਾਤ 'ਚ ਤੇ ਉਹ ਯੌਗਿਕ ਬਣ ਜਾਂਦੇ ਸੀਗੇ। ਆਪਾਂ ਪੜ੍ਹਨ ਜਾ ਰਹੇ ਹਾਂ ਤੱਤਾਂ ਦੇ ਆਵਰਤੀ ਵਰਗੀਕਰਨ ਬਾਰੇ। ਉਹ ਤੱਤਾਂ ਦਾ ਵਰਗੀਕਰਨ ਜਿਹੜਾ, ਇਹਦੀ ਜ਼ਰੂਰਤ ਕਿਉਂ ਪਈ? ਆਪਾਂ ਸਕੂਲੇ ਆਨੇ ਪੜ੍ਹਦੇ ਹਾਂ, ਬਹੁਤ ਸਾਰੇ ਬੱਚੇ ਸਕੂਲੇ ਆਉਂਦੇ ਕਿ ਸਾਰਿਆਂ ਨੂੰ ਆਪਾਂ ਇੱਕੋ ਜਗ੍ਹਾ ਬਿਠਾ ਕੇ ਪੜ੍ਹਾਉਣਾ ਸ਼ੁਰੂ ਕਰ ਦਿੰਦੇ ਕਿ ਚਲੋ ਸਾਰੇ ਇੱਥੇ ਬਹਿ ਜਾਓ ਤੇ ਪੜ੍ਹਨਾ ਸ਼ੁਰੂ ਕਰ ਦਈਏ। ਨਹੀਂ ਨਾ ਬਣਾਉਂਦੇ। ਆਪਾਂ ਵਰਗ ਬਣਾਏ, ਪਹਿਲੀ, ਦੂਜੀ, ਤੀਜੀ, ਚੌਥੀ, ਪੰਜਵੀਂ, ਛੇਵੀਂ, ਸੱਤਵੀਂ, ਸਾਰੇ ਵਰਗ ਬਣਾਏ। ਠੀਕ ਹੈ, ਕਿਉਂ ਬਣਾਏ? ਕਿਉਂਕਿ ਇੱਕ ਵਰਗ ਵਿੱਚ ਇੱਕੋ ਤਰ੍ਹਾਂ ਦੇ ਬੱਚੇ ਬੈਠ ਰਹੇ, ਸੇਮ ਬੁੱਕਸ, ਸੇਮ ਟੀਚਰ ਉਹਨਾਂ ਨੂੰ ਪੜ੍ਹਾ ਰਿਹਾ, ਸੇਮ ਉਹਨਾਂ ਦਾ ਲਰਨਿੰਗ ਲੈਵਲ ਸਾਰਿਆਂ ਦਾ ਸੇਮ ਹੈ, ਏਜ ਗਰੁੱਪ ਵੀ ਤਕਰੀਬਨ ਸੇਮ ਹੈ। ਇਸੇ ਤਰ੍ਹਾਂ ਜਿੱਦਾਂ ਵਿਗਿਆਨ ਅੱਗੇ 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 ਤਰੱਕੀ ਕਰਦਾ ਗਿਆ, ਸਾਇੰਟਿਸਟ ਨੇ ਹੋਰ ਜ਼ਿਆਦਾ ਐਲੀਮੈਂਟਸ ਜਿਹੜੇ ਆ ਉਹ ਡਿਸਕਵਰ ਕਰ ਛੱਡੇ। ਜਿਸ ਲਈ ਬਹੁਤ ਜ਼ਿਆਦਾ ਐਲੀਮੈਂਟ, ਬਹੁਤ ਜ਼ਿਆਦਾ ਤੱਤਾਂ ਦੀ ਖੋਜ ਕਰ ਲਿੱਤੀ ਗਈ। ਫਿਰ ਉਹਨਾਂ ਦੇ ਜਦੋਂ ਗੁਣਾਂ ਬਾਰੇ ਜਾਣਕਾਰੀ ਪ੍ਰਾਪਤ ਕੀਤੀ ਤੇ ਫਿਰ ਆਪਾਂ ਦੇਖਿਆ ਕਿ ਕਈ ਤੱਤ ਐਸੇ ਹੈ ਜਿਨ੍ਹਾਂ ਦੇ ਆਪਸ ਵਿੱਚ ਗੁਣ ਮਿਲਦੇ ਆ। ਹੁਣ ਜੇ ਉਹਨਾਂ ਦੇ ਆਪਸ 'ਚ ਗੁਣ ਮਿਲਦੇ ਆ ਤਾਂ ਉਹਨਾਂ ਨੂੰ ਖਿਲਾਰਨ ਦੇ ਬਜਾਏ ਉਹਨਾਂ ਨੇ ਕੀ ਸੋਚਿਆ ਕਿ ਜਿਹੜੇ ਸਮਾਨ ਗੁਣ ਵਾਲੇ ਹੈ ਉਹਨਾਂ ਨੂੰ ਅਸੀਂ ਇੱਕ ਤਰ੍ਹਾਂ ਦੇ ਵਰਗਾਂ ਵਿੱਚ ਅਰੇਂਜ ਕਰਨਾ ਸ਼ੁਰੂ ਕਰ ਦਈਏ ਤਾਂ ਕਿ ਇਹਨਾਂ ਦੀ ਸਟੱਡੀ ਆਸਾਨ ਹੋ ਜਾਏ, ਇਹਨਾਂ ਬਾਰੇ ਪੜ੍ਹਨਾ ਜਿਹੜਾ ਉਹ ਸੌਖਾ ਹੋਏ। ਪਤਾ ਚੱਲ ਗਿਆ ਕਿ ਇਹਨਾਂ ਦਾ ਵਰਗੀਕਰਨ ਕਿਉਂ ਜ਼ਰੂਰੀ ਸੀ? ਤਾਂ ਕਿ ਸਮਾਨ ਗੁਣਾਂ ਵਾਲੇ ਜਿਹੜੇ ਤੱਤ ਸੀਗੇ ਉਹਨਾਂ ਨੂੰ ਆਪਾਂ ਅਲੱਗ-ਅਲੱਗ ਕੈਟਾਗਰੀਜ਼ ਵਿੱਚ ਰੱਖ ਸਕੀਏ। ਇਸ ਕੈਟਾਗਰੀ 'ਚ ਆਹ ਵਾਲੇ ਗੁਣ ਵਾਲੇ, ਇਹ 'ਚ ਦੂਜੇ ਗੁਣ, ਇਹ 'ਚ ਤੀਜੇ ਗੁਣ। ਇਸ ਕਰਕੇ ਜਿਹੜਾ ਤੱਤਾਂ ਦਾ ਆਵਰਤੀ ਵਰਗੀਕਰਨ ਕਰਨਾ ਬਹੁਤ ਹੀ ਜ਼ਰੂਰੀ ਹੋ ਗਿਆ। ਫਿਰ ਸਾਡੇ ਕੋਲ ਜਦੋਂ ਇਹ ਸ਼ੁਰੂ ਹੋਇਆ ਤਾਂ ਕੋਈ ਇੱਦਾਂ ਤਾਂ ਹੈਗਾ ਨਹੀਂ, ਸਾਇੰਸ ਨੂੰ ਇੰਨੀ ਐਡਵਾਂਸ ਨਹੀਂ ਸੀ ਕਿ ਸਾਰਿਆਂ ਨੂੰ ਇਕੱਠੇ, ਠੀਕ ਹੈ ਜੀ ਸਾਰਿਆਂ ਦੇ ਸਾਨੂੰ ਰਸਾਇਣਿਕ ਗੁਣ ਪਤਾ ਲੱਗ ਗਏ ਹੈ ਤੇ ਆਪਾਂ ਇਹਨਾਂ ਦੇ ਗਰੁੱਪ ਬਣਾ ਲਈਏ। ਇੱਦਾਂ ਨਹੀਂ ਸੀਗਾ। ਉਦੋਂ ਵਿਗਿਆਨ ਨੇ ਇੰਨੀ ਤਰੱਕੀ ਨਹੀਂ ਕੀਤੀ ਸੀ। ਤਰੱਕੀ ਵਿਗਿਆਨ ਹੌਲੀ 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 ਕਰ ਰਿਹਾ ਸੀਗਾ। ਸਨ 1817 ਵਿੱਚ ਜਰਮਨੀ ਵਿੱਚ ਇੱਕ ਰਸਾਇਣਿਕ ਵਿਗਿਆਨਿਕ ਸੀਗਾ, ਉਹਦਾ ਨਾਮ ਸੀਗਾ ਜੋਹਾਨ ਵੁਲਫਗਾਂਗ ਡਾਬਰਨੀਅਰ। 1817 ਵਿੱਚ ਜਰਮਨ ਸਾਇੰਟਿਸਟ ਜੋਹਾਨ ਵੁਲਫਗਾਂਗ ਡਾਬਰਨੀਅਰ, ਉਹਨੇ ਕੀ ਕੀਤਾ? ਸਭ ਤੋਂ ਪਹਿਲੇ ਵਰਗੀਕਰਨ ਕਰਨਾ ਸ਼ੁਰੂ ਕੀਤਾ। ਉਹਨੇ ਉਸ ਵਕਤ ਜਿਹੜੇ ਤੱਤ ਮੌਜੂਦ ਸੀਗੇ ਉਹਨਾਂ ਦੇ ਵਰਗ ਬਣਾਏ। ਕੀ ਬਣਾਏ? ਵਰਗ। ਹੁਣ ਕਿਉਂਕਿ ਉਹਨੇ ਤਿੰਨ ਦੇ ਵਰਗ ਬਣਾਏ, 1 2 3 1 2 3 1 2 3। ਇਸ ਕਰਕੇ ਇਹਨਾਂ ਵਰਗਾਂ ਨੂੰ ਅਸੀਂ ਡਾਬਰਨੀਅਰ ਤਿਕੜੀ ਦਾ ਨਾਮ ਦਿੱਤਾ। ਕਿਹਦਾ ਨਾਮ ਦਿੱਤਾ? ਡਾਬਰਨੀਅਰ ਤਿਕੜੀ। ਤਿਕੜੀ ਤੁਹਾਨੂੰ ਪਤਾ ਨਾ, ਤਿੰਨ ਦੋਸਤ ਬਹਿ ਜਾਂਦੇ ਤੇ ਤਿਕੜੀ ਬਣ ਜਾਂਦੀ। ਇਸੇ ਤਰ੍ਹਾਂ ਡਾਬਰ ਨੇ ਵੀ ਜਿਹੜੇ ਤੱਤ ਸੀਗੇ ਉਹਨਾਂ ਨੂੰ ਤਿੰਨ ਦੇ ਗਰੁੱਪਾਂ ਵਿੱਚ ਅਰੇਂਜ ਕੀਤਾ। ਇਸ ਕਰਕੇ ਉਹਦੇ ਸਿਧਾਂਤ ਦਾ ਨਾਮ ਕੀ ਪੈ ਗਿਆ? ਡਾਬਰਨੀਅਰ ਤਿਕੜੀ। ਉਹਨੇ ਕੀ ਦੇਖਿਆ ਕਿ ਜਦੋਂ ਸਮਾਨ ਗੁਣ ਵਾਲੇ, ਜਦੋਂ ਅਸੀਂ ਤੱਤਾਂ ਨੂੰ ਉਹਨਾਂ ਦੇ ਪਰਮਾਣੂ ਪੁੰਜ ਪਤਾ ਨਾ ਕੀ ਹੁੰਦਾ? ਪ੍ਰੋਟੋਨਾਂ ਦਾ ਪੁੰਜ ਜਮਾ ਨਿਊਟਰੋਨਾਂ ਦਾ ਪੁੰਜ। ਇੱਕ ਪਰਮਾਣੂ ਵਿੱਚ ਕਿੰਨੇ ਪ੍ਰੋਟੋਨ ਨੇ ਤੇ ਕਿੰਨੇ ਨਿਊਟਰੋਨ ਨੇ। ਜਦੋਂ ਇਹਨਾਂ ਦੇ ਪੁੰਜ ਨੂੰ ਆਪਾਂ ਐਡ ਕਰ ਦਿੰਦੇ ਆ ਤੇ ਸਾਨੂੰ ਉਸ ਤੱਤ ਦਾ ਪਰਮਾਣੂ ਪੁੰਜ ਗਿਆਤ ਹੋ ਜਾਂਦਾ। ਡਾਬਰ ਨੇ ਕੀ ਕੀਤਾ? ਉਸ ਵਕਤ ਜਿਹੜੇ ਮੌਜੂਦ ਤੱਤ ਸੀਗੇ ਉਹਨਾਂ ਨੂੰ ਉਹਨਾਂ ਦੇ ਪਰਮਾਣੂ ਪੁੰਜਾਂ ਦੇ ਵੱਧਦੇ ਕ੍ਰਮ ਵਿੱਚ ਰੱਖਿਆ ਤੇ ਉਹਨੇ ਦੇਖਿਆ ਕਿ ਜਿਹੜਾ ਵਿਚਕਾਰਲਾ ਤੱਤ ਹੈ ਉਹਦਾ ਪਰਮਾਣੂ ਪੁੰਜ ਪਹਿਲੇ ਤੇ ਤੀਸਰੇ ਦੇ ਪੁੰਜ ਦੇ ਔਸਤ ਦੇ ਬਰਾਬਰ ਹੈ। ਔਸਤ ਦੇ ਬਰਾਬਰ ਮਤਲਬ ਕਿ ਪਹਿਲੇ ਦਾ ਪੁੰਜ ਤੇ ਤੀਸਰੇ ਦਾ ਪੁੰਜ
जे आप इकट्ठा करके जोड़ कर लीए, इकट्ठा करके ਉਹਦੀ जोड़ करके ਉਹਨੂੰ दो ਨਾਲ भाग कर दी, औसत जिदा करते दोवां ਨੂੰ फड़ के जोड़ किया दोनों का, तो ਉਹਨੂੰ फिर दो नाल ही भाग किया। जिन्ना पहले ते तीजे का औसत पुंज आ रहा सी लगभग उन्ना ही पुंज विचकार वाले का सीगा। इस करके उन्हें अपनी इस सिद्धांत के उत्ते तिकड़ियाँ बनाइया, ते ਜਿਹੜੇ तत्त ਉਹਨੂੰ ਉਦੋਂ पता सी ਉਹਨਾਂ ਵਿੱਚੋਂ कुछ तत्त उन्होंने उस तिकड़ी विच अरेंज कर दिते। ठीक है, हुण पता लग गया कि डॉबनियर तिकड़ी नूं तिकड़ी क्यों किया गया, क्योंकि उन्हें तिन्ना तिन्ना दे ग्रुप बनाए। पहले की किया, वाधे परमाणु पुंज लगाता, फिर पहले ते दूजे का और पुंज नूं जोड़ करके उसकी औसत देखी तो किहदे बराबर आया, विचकारले दे बराबर। वधेरे तुहानूं समझ कराउण लई आ मैं तुहानूं दसदा, आ देखो आ साडी डाबरनियर की पहली तिकड़ी है, लीथियम सोडियम पोटैशियम। ठीक है, लीथियम का परमाणु पुंज 7 एटॉमिक मास यूनिट, सोडियम का 23 ते पोटैशियम का 39। हूँ देखो उन्हें की किया कि यदा परमाणु पुंज विचकार वाले का पहले ते तीजे की औसत के बराबर होगा। आप हुणे औसत कट के देख लैने, पहले का कितना 7 प्लस 39 पहले का 7 दूजे का 39, 7 जमा 39/2 46/2 आ गया 23। आ देखो गब्बे वाले का पुंज कितना साढ़े का 23। इसी तरह दूजी बनाई उन्हें कैल्शियम स्ट्रॉन्शियम ते बेरीयम की। ये भी आप 40 ते 137 नूं जोड़ करके जो दो नाल भाग करांगे तो साढ़े को लगभग कितना उत्तर आ जाना 88। 40 जमा 137/2 कितना आ गया 1। लगभग कितना आ गया 88। इसी तरह थले क्लोरीन का भी उन्हें आही सिद्धांत इन्हां ते अपनाया कि क्लोरीन का पुंज ते आयोडीन के पुंज का जो आप जोड़ करांगे तो लगभग ब्रोमीन के पुंज 80 के बराबर उन्होंने औसत आ जाएगी। ये ट्रेड उदों डॉबरनियर ने बनाए। हुण चक्कर की होया, उन्हें ट्रेड ते बनाते 1 2 3 4 5 6 7 8 9 तो इन्हां तिन्नां दे उहदी थ्योरी भी सही बैठ गई कि पहले ते तीजे दे पुंज का औसत जिहड़ा वो गवले दे पुंज के बराबर आंदा, तो इस करके डॉबरनियर ने अपनी तिकड़ी सफल करती। पर साइंस में अगे चल के ये तिकड़ी अगे चल के कि उदों ये तिकड़ी नूं इन्ना सफल नहीं मन्निया गया। ਉਹਦਾ की कारण सीगा कि उस वक्त बहुत ज़्यादा एलीमेंट डिस्कवर हो चुके ही, कल्ले 9 ही नहीं सीगे, 50 तो भी ज़्यादा जिहड़े तत्त सीगे उन्हां दी खोज हो चुकी सी, पर इहदी तिकड़ी विच सिर्फ आ 9 ही फिट हुंदे सी। बाकी दे एलीमेंट जिहड़े है वो इहदी तिकड़ी विच फिट नहीं हुंदे सीगे। इस करके इहदा जिहड़ा सिद्धांत है वो बहुता ज़्यादा सफल नहीं होया। पर इन्हें की करता, एक नींह पत्थर रखता, सिद्धांत का नींह पत्थर रखता कि असी वर्गीकरण कर सकते हैं। इदा नहीं कि ये खिलरे रहन, आप इन्हां दा वर्गीकरण करना चाहिए तो कर सकते हैं। ठीक है, हुण तुहानूं पता चल गया कि तत्तां दा वर्गीकरण क्यों जरूरी है, उन्हां दे गुणां नूं समान गुणां वाले तत्तां नूं वख-वख रखण लई, ते अगे उन्हां दी स्टडी इहदे नाल सौखी हो जाती। फिर डॉबरनियर ट्रेड डॉबरनियर तिकड़ियाँ तिकड़ियाँ क्यों क्या गया, क्योंकि उन्हें 3 दियां बनाइया सीगियां। ठीक है, उसकी तिकड़ी में सीगा कि उन्हें वधदे परमाणु पुंज के हिसाब नाल इन्हां नूं अरेंज किया लगाया, तो फिर की देखा कि तिन्नां विचों जिहड़ा विचकारले दा पुंज है वो पहले ते तीजे दे पुंज के औसत के बराबर आ रहा। ठीक, इन्ना हो गया। हुण आपां पढ़िया कि ये सिद्धांत इन्ना सफल क्यों नहीं होया, क्यों नहीं सफल होया। ਇਹਦੇ ਬੜੇ ਸਫਲ ਨਾ ਹੋਣ ਦੇ ਕੁਝ ਕਾਰਨ ਸੀਗੇ। ਪਹਿਲਾ ਕਾਰਨ ਤੇ ਤੁਸੀਂ ਆਪ ਹੀ, ਮੈਂ ਹੁਣ ਤੁਹਾਨੂੰ ਦੱਸਦਾ
कि उस वक्त तक 50 ਤੋਂ ਜ਼ਿਆਦਾ ਜਿਹੜੇ ਤੱਤ ਸੀਗੇ ਉਹਨਾਂ ਦੀ ਖੋਜ ਹੋ ਚੁੱਕੀ ਸੀਗੀ, ਪਰ ਡਾਬਰਨੀਅਰ ਦੇ ਸਿਧਾਂਤ ਵਿੱਚ ਟ੍ਰੇਡ ਵਿੱਚ ਸਿਰਫ ਉਹਨਾਂ ਚੋਂ 9 ਹੀ ਫਿੱਟ ਹੋਏ। ਐਸਾ ਸਿਧਾਂਤ ਜਿਸ 'ਚ ਅੱਧੇ ਨਾਲੋਂ ਵੀ ਘੱਟ ਫਿੱਟ ਹੋਣ ਉਹਨੂੰ ਮਾਨਤਾ ਨਹੀਂ ਦਿੱਤੀ ਜਾ ਸਕਦੀ। ਯਾਨੀ ਕਿ 50 ਵਿੱਚੋਂ 9 ਹੀ ਬੱਚੇ ਪਾਸ ਕੀਤੇ ਨੇ, ਫਿਰ ਇਹ ਵਧੀਆ ਟੀਚਰ ਨਹੀਂ ਮੰਨਿਆ ਗਿਆ। ਜਸਟ ਜੋਕਿੰਗ। ਓਕੇ, ਵੀ ਜਿਹੜੇ ਜ਼ਿਆਦਾਤਰ ਜਿਹੜੇ ਤੱਤ ਸੀਗੇ ਉਹਦੇ ਟ੍ਰੇਡਸ ਵਿੱਚ ਫਿੱਟ ਨਹੀਂ ਹੋ ਪਾਏ, ਇਸ ਲਈ ਇਹ ਸਫਲ ਨਹੀਂ ਹੋਇਆ। ਦੂਜਾ ਕਾਰਨ ਇਹ ਸੀਗਾ ਕਿ ਇਹਨੇ ਕਿਹਾ ਸੀ ਕਿ ਸਮਾਨ ਗੁਣਾਂ ਵਾਲੇ ਬਹੁਤ ਸਾਰੇ ਇਦਾਂ ਦੇ ਤੱਤ ਸੀਗੇ ਜਿਨ੍ਹਾਂ ਦੇ ਗੁਣ ਤੇ ਸਮਾਨ ਸੀਗੇ, ਗੁਣ ਤੇ ਸਮਾਨ ਸੀਗੇ, ਪਰ ਉਹ ਇਹਦੇ ਟ੍ਰੇਡਸ ਵਿੱਚ ਫਿੱਟ ਨਹੀਂ ਹੋ ਪਾ ਰਹੇ ਸੀ, ਇਹਦੇ ਟ੍ਰੇਡ ਵਿੱਚ ਫਿੱਟ ਨਹੀਂ ਹੋ ਪਾ ਰਹੀ। ਉਦਾਹਰਨ ਦੇ ਤੌਰ ਤੇ ਨਿਕਲ, ਮੈਗਨੀਸ਼ੀਅਮ, ਕਾਪਰ, ਆਇਰਨ, ਇਹ ਜਿਹੜੇ ਸਾਡੇ ਐਲੀਮੈਂਟਸ ਹੈਗੇ ਆ, ਤੱਤ ਹੈ, ਇਹਨਾਂ ਦੇ ਗੁਣ ਸਮਾਨ ਹੈ ਪਰ ਇਹ ਡਾਬਰਨੀਅਰ ਦੇ ਟ੍ਰੇਡਸ ਵਿੱਚ ਫਿੱਟ ਨਹੀਂ ਹੁੰਦੇ। ਦੋ ਕਾਰਨ ਹੋ ਗਏ। ਤੀਜਾ ਕਾਰਨ ਸੀਗਾ ਕਿ ਕੁਝ ਅਜਿਹੇ ਤੱਤ ਵੀ ਸੀਗੇ ਕਿ ਜਿਹੜੇ ਇਹਦੇ ਟ੍ਰੇਡ ਵਿੱਚ ਫਿੱਟ ਹੋ ਜਾਂਦੇ ਸੀਗੇ ਪਰ ਆਪਸ ਵਿੱਚ ਉਹਨਾਂ ਦੇ ਗੁਣ ਨਹੀਂ ਮਿਲਦੇ ਸੀ। ਡਾਬਰਨੀਅਰ ਤੇ ਆਹੀ ਕਿਹਾ ਨਾ ਉਹਨੇ ਕਿ ਸਮਾਨ ਗੁਣਾਂ ਵਾਲਿਆਂ ਦੇ ਆਪਾਂ ਜੇ ਤਿੰਨਾਂ ਦੀ ਤਿਕੜੀ ਬਣਾਵਾਂਗੇ ਵੱਧਦੇ ਪਰਮਾਣੂ ਪੁੰਜ ਦੇ ਹਿਸਾਬ ਨਾਲ, ਤੇ ਵਿਚਕਾਰਲੇ ਦਾ ਪੁੰਜ ਪਹਿਲੇ ਤੇ ਤੀਜੇ ਦੇ ਬਰਾਬਰ ਹੋਏਗਾ। ਹੁਣ ਗਲਤੀ ਕੀ ਨਿਕਲ ਆਈ ਵੀ ਕਈ ਸੀਗੇ ਜਿਨ੍ਹਾਂ ਦੇ ਗੁਣ ਸਮਾਨ ਹੀ, ਜਿਹੜਾ ਦੂਜਾ ਦਾ ਫੇਲੀਅਰ ਦਾ ਪੁਆਇੰਟ ਹੈ, ਗੁਣ ਤੇ ਸਮਾਨ ਸੀਗੇ ਪਰ ਉਹਦੀ ਤਿਕੜੀ ਵਿੱਚ ਫਿੱਟ ਨਹੀਂ ਹੋ ਪਾ ਰਹੀ। ਤੇ ਤੀਜੀ ਗਲਤੀ ਆ ਨਿਕਲੀ ਕਿ ਕਈਆਂ ਦੇ ਗੁਣ ਤੇ ਸਮਾਨ ਨਹੀਂ ਹੀ, ਪਿਛਲੇ 'ਚ ਸਮਾਨ ਸੀਗੇ ਤੇ ਫਿੱਟ ਨਹੀਂ ਹੋ ਰਹੇ, ਇਹ 'ਚ ਸਮਾਨ ਨਹੀਂ ਹੈ ਤਾਂ ਵੀ ਫਿੱਟ ਹੋ ਰਿਹਾ। ਇਸ ਲਈ ਆਹ ਤਿੰਨ ਜਿਹੜੇ ਡਰਾਬੈਕ ਸੀਗੇ ਜਿਹਦੇ ਕਰਕੇ ਜਿਹੜਾ ਡਾਬਰਨੀਅਰ ਦਾ ਟ੍ਰੇਡ ਉਹ ਮਾਨਤਾ ਜ਼ਿਆਦਾ ਹਾਸਿਲ ਨਹੀਂ ਕਰ ਪਾਇਆ। ਪਹਿਲਾ, ਜਿੰਨੇ ਤੱਤ ਸੀਗੇ ਉਹਨਾਂ ਸਾਰਿਆਂ ਨੂੰ ਆਪਣੇ ਟ੍ਰੇਡਸ ਵਿੱਚ ਅਰੇਂਜ ਨਹੀਂ ਕਰ ਪਾਇਆ। ਦੂਸਰਾ, ਕਈ ਤੱਤ ਐਸੇ ਸੀਗੇ ਜਿਨ੍ਹਾਂ ਦੇ ਗੁਣ ਤੇ ਸਮਾਨ ਸੀਗੇ ਪਰ ਉਹ ਇਹਦੇ ਟ੍ਰੇਡ ਵਿੱਚ ਫਿੱਟ ਨਹੀਂ ਹੋ ਪਾ ਰਹੇ ਸੀ, ਤੇ ਕਈ ਇਦਾਂ ਦੇ ਸੀਗੇ ਜਿਨ੍ਹਾਂ ਦੇ ਗੁਣ ਸਮਾਨ ਨਹੀਂ ਸੀਗੇ ਪਰ ਫਿਰ ਵੀ ਉਹਦੇ ਟ੍ਰੇਡਸ ਵਿੱਚ ਫਿੱਟ ਹੋ ਪਾ ਰਹੇ ਸੀ। ਠੀਕ ਹੈ, ਹੁਣ ਮੈਂ ਆਸ਼ਾ ਕਰਦਾ ਕਿ ਤੁਹਾਨੂੰ ਪਤਾ ਚੱਲ ਗਿਆ ਕਿ ਤੱਤਾਂ ਦਾ ਆਵਰਤੀ ਵਰਗੀਕਰਨ ਕਿਉਂ ਜ਼ਰੂਰੀ ਸੀਗਾ, ਡਾਬਰਨੀਅਰ ਤਿਕੜੀ ਕੀ ਹੈ, ਤੇ ਜਿਹੜਾ ਡਾਬਰਨੀਅਰ ਦਾ ਸਿਧਾਂਤ ਹੈ ਇਹ ਜ਼ਿਆਦਾ ਸਫਲ ਕਿਉਂ ਨਹੀਂ ਹੋ ਪਾਇਆ। ਠੀਕ ਹੈ, ਇੱਕ ਵਾਰ ਇਹਨੂੰ ਸਟੱਡੀ ਕਰ ਲਓ, ਬੁੱਕਸ ਪੜ੍ਹ ਲਓ, ਨਹੀਂ ਸਮਝ ਆਉਂਦਾ ਦੁਬਾਰਾ ਸਟੱਡੀ ਕਰੋ, ਨਹੀਂ ਤਾਂ ਫਿਰ ਮੇਰੇ को पूछ लो। ओके, टेक केयर।